साहिब जी। रूप न रेख न रंग किछ, त्रिह गुण ते प्रभ भिन्न। तिसै बुझाए नानका, जिस होवै सुप्रसन्न। करो कृपा सर्ब के दाते, एक रूप लिव लावो। नानक की बेनंती हर पहै, अपना नाम जपावो। करहु कृपा सर्ब के दाते, एक रूप लिव लावो। नानक की बेनंती हर पहै, अपना नाम जपावो। जुग जुग अटल, चवर तखत छत्र दे मालक, ज्ञान दे अगम्मी सागर, धन साहिब श्री गुरु ग्रंथ साहिब महाराज जी दे पवित्र चरण कमल परस रही गुरु का खास रूप साध संगत जीओ। निरंकार वाहिगुरु दी अपार किरपा होई, आपां सारे ही साहिबां दी हजूरी विच जुड़ मिल बैठ के पातशाह कोलों अपने जीवन की जुगत जानन की कोशिश कर रहे हाँ। वाहिगुरु किरपा करे साडा सारियां दा कीता होया उद्यम उस निरंकार वाहिगुरु दे दर ते प्रवान हो जाए। जिथे शरीर करके आपां गुरु दरबार विच हाजिर हाँ, अरदास करिए कि पातशाह साडे ते किरपा करो, साडा मन भी आप जी की हजूरी कबूल कर लवे, तां जो आप जी का बख्शिश किया होया उपदेश साडे मन दे राही साडे जीवन विच प्रवेश कर जाए। बड़े प्यार नाल गुरु के महान कीर्तनीय पूजा की बात साडे नाल कर रहे सन कि पूजा कीचै नाम ध्याइयै, बिन नामै पूज न होई। पावन बचन हन, अनक पूजा मह बहु विध खोजी। संसार बड़ी कोशिश करता है, अपने अपने तरीके नाल पूजा करन दा यतन करता है। सा पूजा जे हर भावास, असल विच ओ पूजा है जिहड़ी अकाल पुरख नूं भा जाए, गुरु दे दर ते प्रवान हो जाए। कई बारी असी अपने मेजरमेंट नाल सेवा ते पूजा करते हाँ। सा सेवा कीती सफल है, जित सतगुर का मन मन्ने। ओ सेवा, ओ पूजा, ओ जीवन गुरु दे दर ते प्रवान है, जिहड़ा गुर आशे अनुसार होवे। कई बारी सानू ही लगता कि मैं बड़ा पुण्य का पाप कर रहा, पुण्य का कर्म कर रहा, पर कई बारी वो पुण्य सारियां वास्ते पुण्य नहीं होता, केवल साडे वास्ते होंदा। सो वाहिगुरु किरपा करे, आप जी ने अज का जो हुक्मनामा है वो सत्कारयोग ज्ञानी जी पासों सरवण किया है। साहिबां दे चरनां विच अपनी हाजरी लवाते हुए इसकी विचार आपां गुरु पातशाह की बाणी राही जानन का यतन करांगे। बड़े ही प्रेम विच भिज के धन श्री गुरु ग्रंथ साहिब महाराज जी नूं अपने हिरदे नेत्रां विच वसा के इस नाचीज सेवक नूं असीस बख्शिश करो। ते सारे ही गज के आखो जी वाहिगुरु जी का खालसा, वाहिगुरु जी की फतेह। 803 अंग ते
ਬਿਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਅੱਜ ਸਵੇਰੇ ਸਾਨੂੰ ਹੁਕਮਨਾਮੇ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ। ਹੁਕਮ ਕੀ ਹੈ? ਜਦੋਂ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਇਆ ਸੀ ਨਾ, ਤੇ ਉਦੋਂ ਇਸ ਹੁਕਮ ਦਾ ਨਾਮ ਸੀ ਆਵਾਜ਼ਾ। ਲੇਹੋ ਆਵਾਜ਼ ਸੁਣੈ ਸਭ ਪੰਥ, ਬੁੱਢੇ ਨੇ ਤਬ ਗ੍ਰੰਥ ਕੋ ਖੋਲਾ, ਲੈ ਆਵਾਜ਼ ਬੁੱਢਾ ਮੁਖ ਬੋਲਾ। ਕਿ ਅਕਾਲ ਪੁਰਖ ਵੱਲੋਂ, ਗੁਰੂ ਵੱਲੋਂ ਆਵਾਜ਼ ਦਿੱਤੀ ਜਾਣੀ ਕਿ ਆ ਤੇਰੇ ਵਾਸਤੇ ਹੁਕਮ ਹੈ, ਆਵਾਜ਼ ਹੈ। ਜੇ ਤੇ ਅਸੀਂ ਕਿਸੇ ਦੀ ਆਵਾਜ਼ ਸੁਣ ਲਈ, ਸੰਸਾਰ ਵਿੱਚ ਹੈ ਨਾ ਕਿ ਮੈਂ ਤੈਨੂੰ ਆਵਾਜ਼ ਮਾਰੀ ਸੀ ਤੂੰ ਸੁਣੀ ਨਹੀਂ। ਜਿਸ ਨੇ ਆਵਾਜ਼ ਸੁਣ ਲਈ, ਕਿਉਂਕਿ ਹਰ ਵਾਰੀ ਐਸਾ ਨਹੀਂ ਹੁੰਦਾ ਆਵਾਜ਼ ਮਾਰਨ ਵਾਲਾ ਸਾਨੂੰ ਕੋਈ ਕੰਮ ਹੀ ਕਹੇਗਾ। ਸਾਡੇ ਭਲੇ ਵਾਸਤੇ ਵੀ ਕੋਈ ਆਵਾਜ਼ ਮਾਰ ਸਕਦਾ ਵੀ ਵੇਖੀ ਸਾਹਮਣੇ ਕੋਈ ਓਬਸਟੇਕਲ ਹੈ, ਕੁਛ ਨਾ ਕੁਛ ਮਾੜਾ ਹੋਣ ਵਾਲਾ, ਤੂੰ ਇਸ ਪਾਸੇ ਨਾ ਜਾਈ। ਫਿਰ ਹੌਲੀ ਹੌਲੀ ਇਹਦਾ ਨਾਮ ਫੁਰਮਾਨ, ਹੁਕਮਨਾਮਾ, ਜਿਸ ਤਰ੍ਹਾਂ ਵੀ ਸਮੇਂ ਦੇ ਨਾਲ ਚੇਂਜ ਹੁੰਦਾ ਗਿਆ। ਤੇ ਤਾਂ ਹੀ ਸਾਨੂੰ ਭਾਵੇਂ ਸਾਰੀ ਬਾਣੀ ਅੰਮ੍ਰਿਤ ਰੂਪ ਹੈ, ਪਰ ਜਦੋਂ ਹੁਕਮ ਗੁਰੂ ਦਾ ਆਉਂਦਾ ਹੈ ਨਾ, ਫਿਰ ਹਰ ਸਿੱਖ ਬੜੇ ਹੀ ਧਿਆਨ ਨਾਲ, ਤੇ ਜਿੱਥੇ ਕੋਈ ਖੜਾ ਉੱਥੇ ਖੜ ਕੇ ਸੁਣਦਾ ਹੈ। ਆਇਨ ਇਸੇ ਤਰ੍ਹਾਂ ਜਦੋਂ ਕੋਈ ਜੱਜ ਹੁਕਮ ਸੁਣਾਉਂਦਾ ਹੈ ਨਾ, ਤੇ ਉਹਨੂੰ ਪਤਾ ਹੈ ਭਾਵੇਂ ਸਾਹਮਣੇ ਸਿਆਣੇ ਸਿਆਣੇ ਵਕੀਲ ਵੀ ਬੈਠੇ ਹੁੰਦੇ ਨੇ, ਪਰ ਜਦੋਂ ਹੁਕਮ ਸੁਣਾ ਰਿਹਾ ਨਾ, ਭਾਵੇਂ ਵਕੀਲ ਨੂੰ ਪਤਾ ਕਿਹੜੀ ਧਾਰਾ ਲੱਗਣੀ ਹੈ, ਕੀ ਹੋਣਾ ਕੀ ਨਹੀਂ ਹੋਣਾ, ਪਰ ਨਹੀਂ ਬੋਲਦਾ ਕੋਈ ਵੀ। ਉਹ ਹੁਕਮ ਸੁਣਨ ਦਾ ਹੀ ਆਦੇਸ਼ ਹੈ। ਤੇ ਸਾਨੂੰ ਵੀ ਪਾਤਸ਼ਾਹ ਦਾ ਹੁਕਮ ਸੁਣਨ ਦਾ ਹੀ ਆਦੇਸ਼ ਅਤੇ ਹੁਕਮ ਹੈ ਕਿ ਅਸੀਂ ਹੁਕਮ ਸੁਣਨਾ ਹੈ, ਅੱਗੋਂ ਹੁਕਮ ਕਰਨਾ ਹੀ ਨਹੀਂ। ਕਈ ਵਾਰੀ ਆਪਾਂ ਨਾਲ ਬੋਲਦੇ ਹਾਂ, ਮੁਬਾਰਕ ਹੈ ਕਿ ਬਾਣੀ ਯਾਦ ਹੈ, ਪਰ ਜੇ ਜੱਜ ਹੁਕਮ ਸੁਣਾ ਰਿਹਾ ਤੇ ਉਹਦੇ ਨਾਲ ਕੋਈ ਬੋਲੀ ਜਾਵੇ, ਫਿਰ ਜੱਜ ਨੂੰ ਚੰਗਾ ਥੋੜੀ ਲੱਗੇਗਾ। ਫਿਰ ਕਈ ਵਾਰ ਹੋ ਸਕਦਾ ਪਨਿਸ਼ਮੈਂਟ ਦੇ ਦੇ। ਅੱਜ ਦੇ ਹੁਕਮ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਤੇ ਬਖਸ਼ਿਸ਼ ਕਰ ਰਹੇ ਨੇ। ਬਹੁਤ ਕਨਸੈਪਟ ਹਨ ਇਸ ਸ਼ਬਦ ਦੇ ਵਿੱਚ ਨਾ, ਜਿੰਨਾ ਇਸ ਨੂੰ ਖੋਲਣਾ ਚਾਹੀਏ ਆਪਾਂ ਖੋਲ ਸਕਨੇ ਹਾਂ। ਭੁੱਲੇ ਮਾਰਗ ਜਿਨ ਹੈ ਬਤਾਇਆ, ਪਹਿਲਾ ਸ਼ਬਦ ਹੈ ਭੁੱਲੇ। ਪਹਿਲਾਂ ਅਸੀਂ ਐਕਸੈਪਟ ਕਰ ਲਈਏ ਕਿ ਅਸੀਂ ਭੁੱਲ ਗਏ ਹਾਂ। ਜੇ ਸਾਨੂੰ ਆਪ ਹੀ ਪਤਾ ਵੀ ਸਾਨੂੰ ਰਸਤੇ ਦਾ ਪਤਾ, ਤੇ ਫਿਰ ਤੇ ਗੁਰੂ ਕੋਲ ਪੁੱਛਣ ਦੀ ਲੋੜ ਹੀ ਨਹੀਂ ਨਾ। ਪਹਿਲਾਂ ਇਹ ਤਸਲੀਮ ਕਰ ਲਏ ਸਿੱਖ ਕਿ ਪਾਤਸ਼ਾਹ ਮੈਨੂੰ ਰਸਤਾ ਨਹੀਂ ਆਉਂਦਾ ਨਿਰੰਕਾਰ ਵਾਹਿਗੁਰੂ ਨੂੰ ਮਿਲਣ ਦਾ। ਮੁਬਾਰਕ ਹੈ ਕਿ ਸਿੱਖ ਨੂੰ ਸੰਸਾਰ ਦੀ ਨੌਲੇਜ ਹੋਏਗੀ, ਕਾਰੋਬਾਰ ਦੀ ਨੌਲੇਜ ਹੋਏਗੀ। ਇੱਕ ਡਾਕਟਰ ਨੂੰ ਆਪਣੇ ਕਿੱਤੇ ਦੀ ਬੜੀ ਨੌਲੇਜ ਹੋਏਗੀ, ਪਰ ਜੇ ਪਰਮੇਸ਼ਰ ਅਤੇ ਅੰਤਰ ਆਤਮੇ ਦੀ ਨੌਲੇਜ ਲੈਣੀ ਹੈ ਨਾ, ਫਿਰ ਗੁਰੂ ਕੋਲ ਹੀ ਜਾਣਾ ਪੈਣਾ ਹੈ। ਬਹੁਤਾ ਸੰਸਾਰ ਭੁੱਲਾ ਹੋਇਆ। ਗੁਰੂ ਹਰ ਚੀਜ਼ ਨੂੰ ਵਰਤਨ ਦੀ ਜੁਗਤ ਸਿਖਾਉਂਦੇ ਨੇ। ਇੱਕ ਦੋ ਦ੍ਰਿਸ਼ਟਾਂਤ ਜਿਹਨੂੰ ਆਪਾਂ ਸਾਖੀ ਕਹਿ ਦਿੰਦੇ ਆ, ਉਹਨਾਂ ਦੇ ਨਾਲ ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਾਂਗੇ ਕਿ ਕਿੱਥੇ ਅਸੀਂ ਭੁੱਲ ਗਏ, ਕਿਉਂ ਅਸੀਂ ਗੁਰੂ ਦੇ ਮਾਰਗ ਤੇ ਨਹੀਂ ਚੱਲ ਸਕੇ, ਤੇ ਕਿਸ ਦੇ ਵੱਡੇ ਭਾਗ ਹਨ ਜਿਹਨੂੰ ਗੁਰੂ ਮਿਲ ਪੈਂਦਾ। ਭੁੱਲੇ ਮਾਰਗ ਜਿਨ ਹੈ ਬਤਾਇਆ, ਭੁੱਲੇ ਹੋਏ ਨੂੰ ਜਿਸ ਨੇ ਵਧੀਆ ਬਹੁਤ ਹੀ ਸੋਹਣਾ ਰਸਤਾ ਬਤਾ ਦਿੱਤਾ, ਐਸਾ ਗੁਰ ਵੱਡ ਭਾਗੀ ਪਾਇਆ। ਵੱਡਿਆਂ ਭਾਗਾਂ ਵਾਲਿਆਂ ਨੇ ਐਸੇ ਗੁਰੂ ਨੂੰ ਪਾ ਲਿਆ, ਮਿਲ ਪਿਆ। ਇੱਕ ਕੋਈ ਬੱਚਾ ਜਾਂ ਕੋਈ ਸਟੂਡੈਂਟ ਜਾਂ ਕੋਈ ਇੱਛਾ ਧਾਰਕ ਕਿਸੇ ਉਸਤਾਦ ਦੇ ਕੋਲ
ਕੁਝ ਗੁਰ ਸਿੱਖਣ ਗਿਆ, ਮੰਨ ਲਓ ਤਬਲਾ ਵਾਜਾ ਜਾਂ ਕੋਈ ਸਕੂਟਰ ਦਾ, ਕਿਸੇ ਵੀ ਮਕੈਨਿਕੀ ਦਾ ਕੰਮ, ਕੋਈ ਵੀ ਕੰਮ ਸਿੱਖਣ ਵਾਸਤੇ ਗਿਆ। ਉਸਤਾਦ ਨੇ ਪਹਿਲੇ ਦਿਨ ਸਬਕ ਦੇਣ ਦੀ ਕੋਸ਼ਿਸ਼ ਕੀਤੀ। ਆਪਾਂ ਦਾ ਵੀ ਇਹੀ ਹਾਲ ਹੈ ਬਹੁਤਾਤ, ਜਦੋਂ ਗੁਰੂ ਮਹਾਰਾਜ ਕੋਈ ਗੱਲ ਦੱਸਦੇ ਨਾ, ਫਿਰ ਅਸੀਂ ਕਹਿੰਦੇ ਇਹ ਤਾਂ ਮੈਨੂੰ ਪਤਾ ਹੀ ਹੈ, ਫਿਰ ਕਹਿੰਦੇ ਇਹ ਵੀ ਮੈਨੂੰ ਪਤਾ ਹੀ ਹੈ। ਹਾਂ, ਬਾਣੀ ਵਿੱਚ ਸਾਰਾ ਕੁਝ ਲਿਖਿਆ। ਜਦੋਂ ਇੱਕ ਦੂਸਰੇ ਦੇ ਨਾਲ ਇਸ ਗੱਲ ਕਹਾਂ, ਹਾਂਜੀ ਬਾਣੀ ਵਿੱਚ ਲਿਖਿਆ ਤੇ ਆਪਾਂ ਸਾਰਿਆਂ ਨੂੰ ਹੀ ਪਤਾ ਹੈ, ਉਸ ਨੂੰ ਸਮਝਦੇ ਵੀ ਹਾਂ, ਪਰ ਉਸ ਨੂੰ ਜੀਵਨ ਵਿੱਚ ਅਪਲਾਈ ਕਿੰਨਿਆਂ ਕੁ ਨੇ ਕੀਤਾ ਹੈ। ਲਿਖਣ ਦੀ ਤੇ ਪੜ੍ਹਨ ਦੀ ਤੇ ਗੱਲ ਹੀ ਨਹੀਂ ਹੈ। ਹੁਣ ਸਾਰੀ ਉਮਰ ਆਪਾਂ ਕਾਂ ਕਬੂਤਰ ਥੋੜੀ ਪੜ੍ਹਦੇ ਰਾਂਗੇ, ਉਸ ਤੋਂ ਅੱਗੇ ਵੀ ਤੇ ਚੱਲਣਾ। ਉੱਥੇ ਕੇਵਲ ਇੱਕ ਸਿੱਖਣ ਵਾਸਤੇ ਸੀ ਕਿ ਕਬੂਤਰ ਨੂੰ ਵੇਖ ਕੇ ਕੱਕਾ ਆ ਜਾਏ। ਉਹ ਉਸਤਾਦ ਕੋਲ ਸਿੱਖਣ ਗਿਆ। ਉਸਤਾਦ ਨੇ ਕੁਝ ਸਬਕ ਦੇਣ ਦਾ ਯਤਨ ਕੀਤਾ। ਕਹਿੰਦਾ ਜੀ ਮੈਨੂੰ ਤੇ ਆਉਂਦਾ ਹੈ। ਉਹਨਾਂ ਨੇ ਹੋਰ ਦੱਸਿਆ, ਕਹਿੰਦਾ ਜੀ ਇਹ ਵੀ ਆਉਂਦਾ ਹੈ। ਉਹਨਾਂ ਨੇ ਪਤਾ ਲੱਗਿਆ ਕਿ ਇਹ ਅਜੇ ਤੱਕ ਸਿੱਖਣ ਦੇ ਮੂਡ ਵਿੱਚ ਨਹੀਂ ਹੈ। ਉਸ ਉਸਤਾਦ ਨੇ ਕਿਹਾ ਵੀ ਜੋ ਜੋ ਤੈਨੂੰ ਆਉਂਦਾ ਹੈ ਨਾ, ਜਾਂ ਆਪਣੇ ਘਰ ਚਲਾ ਜਾ ਤੇ ਸਾਰਾ ਕੁਝ ਲਿਖ ਕੇ ਲੈ ਜੋ ਤੈਨੂੰ ਆਉਂਦਾ, ਫਿਰ ਉਸ ਤੋਂ ਜਿਹੜਾ ਰਹਿੰਦਾ ਹੋਏਗਾ ਨਾ ਉਹ ਤੈਨੂੰ ਮੈਂ ਸਿਖਾ ਦੇਵਾਂਗਾ। ਉਹ ਜਗਿਆਸੂ ਗਿਆ ਆਪਣੇ ਘਰ, ਮਹੀਨਾ 2 ਮਹੀਨੇ ਲਿਖਦਾ ਰਿਹਾ, ਪੂਰੀ ਵੱਡੀ ਕਾਪੀ ਭਰ ਕੇ ਲੈ ਆਇਆ 200-400 ਪੇਜਾਂ ਦੀ, ਕਿ ਆਹ ਕੁਝ ਮੈਨੂੰ ਆਉਂਦਾ। ਲਿਆ ਕੇ ਉਸਤਾਦ ਦੇ ਅੱਗੇ ਰੱਖ ਦਿੱਤੀ। ਉਸਤਾਦ ਨੇ ਵੇਖਿਆ ਕਿ ਬੜੀ ਮੋਟੀ ਤਾਜੀ ਕਾਪੀ ਲੈ ਆਇਆ, ਇੰਨੇ ਪੇਪਰ ਹਨ, 100-200 ਪੇਜ ਹੈ। ਕਹਿੰਦੇ ਇਹਨਾਂ ਤੇ ਨਹੀਂ ਮੇਰੇ ਕੋਲੋਂ ਪੜ੍ਹਿਆ ਜਾਣਾ, ਤੂੰ ਇਉਂ ਕਰ, ਥੋੜਾ ਜਿਹਾ ਸਮਾਂ ਹੋਰ ਲਾ, ਇਸ ਨੂੰ ਛੋਟਾ ਕਰਕੇ ਲਿਖ, ਇਸ ਨੂੰ ਥੋੜਾ ਜਿਹਾ ਮੇਨ ਪੁਆਇੰਟ ਲਿਖ ਲੈ, ਜ਼ਿਆਦਾ ਲੰਬਾ ਚੌੜਾ ਲਿਖਣ ਦੀ ਲੋੜ ਨਹੀਂ। ਫਿਰ ਗਿਆ, ਫਿਰ ਜਾ ਕੇ 10 ਕੁ ਪੇਜ ਇਤਿਹਾਸਕਾਰਾਂ ਨੇ ਲਿਖਿਆ, ਗੁਰੂ ਕੇ ਪਿਆਰਿਆਂ ਨੇ 10 ਕੁ ਪੇਜ ਲਿਖ ਕੇ ਲਿਆ ਕੇ ਆਪਣੇ ਉਸਤਾਦ ਦੇ ਸਾਹਮਣੇ ਰੱਖ ਦਿੱਤੇ। ਕਹਿੰਦੇ 10 ਪੇਜ। ਉਸਤਾਦ ਜੀ ਨੇ ਕਿਹਾ ਕਿ ਨਹੀਂ, ਅਜੇ ਵੀ ਜ਼ਿਆਦਾ ਬੇਟਾ, ਜਾ ਥੋੜਾ ਜਿਹਾ ਨਾ ਇਹਨੂੰ ਹੋਰ ਮਿਹਨਤ ਕਰ ਤੇ ਇਹਨੂੰ ਹੋਰ ਛੋਟਾ ਕਰਕੇ ਲਿਖ ਕੇ ਲੈ ਕੇ ਆ। ਫਿਰ ਚਲਾ ਗਿਆ, ਆਇਆ, ਫਿਰ ਕੇਵਲ 1 ਪੇਜ ਲਿਖ ਕੇ ਲੈ ਕੇ ਆਇਆ। ਉਹ ਸਾਰੇ ਦਾ ਜਿੰਨੇ ਦਾ ਮੋਰਲ ਸੀ 1 ਪੇਜ ਤੇ ਲਿਖ ਕੇ ਲੈ ਕੇ ਆ ਗਿਆ, ਉਸਤਾਦ ਦੇ ਸਾਹਮਣੇ ਰੱਖਿਆ। ਉਸਤਾਦ ਨੇ ਦੇਖਿਆ, ਕਹਿੰਦਾ ਬੇਟਾ ਅਜੇ ਵੀ ਇਹ ਪੂਰਾ ਪੇਪਰ ਭਰਿਆ ਪਿਆ, ਕੋਸ਼ਿਸ਼ ਕਰਕੇ ਥੋੜਾ ਜਿਹਾ ਹੋਰ ਛੋਟਾ ਲਿਖ। ਗਿਆ, ਅਗਲੇ ਦਿਨ ਆਇਆ, ਕੁਝ ਔੜੇ ਨਾ ਵੀ ਲਿਖਾਂ ਤੇ ਲਿਖਾਂ ਕੀ, ਖਾਲੀ ਪੇਪਰ ਲਿਆ ਕੇ ਉਸਤਾਦ ਦੇ ਅੱਗੇ ਰੱਖ ਦਿੱਤਾ। ਤੇ ਉਸਤਾਦ ਨੇ ਜੱਫੇ ਵਿੱਚ ਲੈ ਲਿਆ ਕਿ ਹੁਣ ਮੁਬਾਰਕ ਹੈ, ਤੇਰੇ ਪੇਜ ਤੇ ਤੇਰੇ ਪੇਪਰ ਤੇ ਜਗ੍ਹਾ ਹੀ ਕੋਈ ਨਹੀਂ ਸੀ ਕਿਧਰੇ ਲਿਖਣ ਵਾਸਤੇ, ਤੇ ਮੈਂ ਲਿਖਦਾ ਕਿੱਥੇ। ਹੁਣ ਤੂੰ ਕੋਰਾ ਪੇਪਰ ਲੈ ਕੇ ਆਇਆ, ਹੁਣ ਕੁਝ ਨਾ ਕੁਝ ਲਿਖਿਆ ਜਾਏਗਾ। ਅਸੀਂ ਵੀ ਬਹੁਤ ਕੁਝ ਪਹਿਲਾਂ ਹੀ ਆਪਣੇ ਹਿਰਦੇ ਤੇ ਆਪਣੇ ਦਿਲ ਤੇ ਲਿਖ ਕੇ ਗੁਰੂ ਕੋਲ ਲੈ ਕੇ ਆਏ। ਗੁਰੂ ਉੱਥੇ ਲਿਖੇ ਕੀ, ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਜੇ ਕਿਸੇ ਬਰਤਨ ਵਿੱਚ ਕੁਝ ਹੋਰ ਪਾਣਾ ਹੈ ਨਾ, ਤੇ ਪਹਿਲੀ ਚੀਜ਼ ਤੇ ਕੱਢਣੀ ਪਏਗੀ ਨਾ। ਤੇ ਸਾਡੇ ਤੇ ਪਹਿਲਾਂ ਹੀ ਅੰਦਰ ਬਹੁਤ ਕੁਝ ਭਰਿਆ ਪਿਆ, ਗੁਰੂ ਹੋਰ ਦੇਵੇ ਕੀ। ਜਦੋਂ ਤੱਕ ਆਪਣਾ ਅਹੰਕਾਰ, ਹਉਮੈ, ਈਰਖਾ, ਦ્વੈਸ਼, ਬਖੀਲੀ, ਠੱਗੀ, ਕ੍ਰੋਧ, ਕਾਮ, ਇਹ ਸਾਰੀਆਂ ਚੀਜ਼ਾਂ ਕੱਢ ਕੇ ਅਸੀਂ ਗੁਰੂ ਕੋਲ ਨਹੀਂ ਨਾ ਆਉਂਦੇ, ਉਦੋਂ ਤੱਕ ਕੰਮ ਥੋੜਾ ਜਿਹਾ ਔਖਾ ਹੈ। ਅਸੀਂ ਭੁੱਲੇ ਹੋਏ ਹਾਂ ਕਿ ਸ਼ਾਇਦ ਕਿਤੇ ਗੁਰੂ ਮਿਲ ਪਏਗਾ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਭੁੱਲੇ ਹੋਏ ਨੂੰ ਜਿਸ ਗੁਰੂ ਨੇ ਰਸਤਾ ਦੱਸ ਦਿੱਤਾ ਕਿ ਤੂੰ ਕਿਸ ਰਸਤੇ ਤੇ ਚੱਲ ਕੇ ਅਕਾਲ ਪੁਰਖ ਤੱਕ ਪਹੁੰਚ ਸਕਦਾ। ਸੰਸਾਰ ਦਾ ਤੇ ਧਨ ਕਮਾ ਹੀ ਲੈਣਾ, ਪਰ ਬਹੁਤਾਤ ਆਪਾਂ ਉਚੇਰੀ ਸਿੱਖਿਆ ਲੈਂਦੇ ਹਾਂ, ਵਧੀਆ ਵਧੀਆ ਉਸਤਾਦਾਂ ਕੋਲ ਜਾਂਦੇ ਹਾਂ, ਤਾਂ ਕਿ ਅਸੀਂ ਸੰਸਾਰ ਦੀ ਵੱਧ ਤੋਂ ਵੱਧ ਮਾਇਆ ਕਮਾ ਸਕੀਏ। ਪਰ ਜੇ ਸੰਸਾਰ ਵਿੱਚ ਨਿਰੰਕਾਰ ਤੱਕ ਪਹੁੰਚ ਕਰਨੀ ਹੈ, ਫਿਰ ਇੱਕ ਬਹੁਤ ਵਧੀਆ ਗੁਰੂ, ਸ੍ਰੇਸ਼ਟ ਗੁਰੂ ਵੀ ਚਾਹੀਦਾ ਹੈ, ਤੇ ਉਹ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ।
ਜਿਹੜੇ ਸਾਨੂੰ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣ ਦੀ ਸਮਰੱਥਾ ਰੱਖਦੇ ਹਨ। ਗੁਰਬਾਣੀ ਵਿੱਚ ਬੜੀਆਂ ਉਦਾਹਰਨਾਂ ਹਨ ਕਿ ਕਿਸ ਤਰ੍ਹਾਂ ਤੂੰ ਸਿੱਧੇ ਰਸਤੇ, ਤੂੰ ਕੀ ਸਮਝਦਾ ਹੈ ਤੇ ਹੈ ਕੀ। ਕਿਉਂਕਿ ਆਪਾਂ ਸਾਰੇ ਹੀ ਮਾਇਆ ਕਮਾਉਣ ਦਾ ਯਤਨ ਕਰਦੇ ਹਾਂ ਤੇ ਕਮਾਉਣੀ ਵੀ ਚਾਹੀਦੀ ਹੈ। ਬਾਦਸ਼ਾਹ ਵੀ ਕਹਿੰਦੇ ਨੇ ਸਾਰੀ ਉਮਰ ਕਹੇ ਦਸਾਂ ਨੌਆਂ ਦੀ ਕਿਰਤ ਕਰੋ, ਕਿਤਨੀ ਕਾਬਲ ਦੀ ਅਤੇ ਹੋਰ ਸੰਗਤ। ਜੇ ਮਾਇਆ ਕਮਾਉਂਦੀ ਸੀ ਤੇ ਆ ਕੇ ਦਸਵੰਧ ਦਿੰਦੀ ਸੀ ਨਾ, ਤੇ ਪਾਤਸ਼ਾਹ ਉਹਨਾਂ ਨੂੰ ਕਾਰੋਬਾਰਾਂ ਵਾਸਤੇ ਕੋਲੋਂ ਮਾਇਆ ਵੀ ਦਿੰਦੇ ਸੀ। ਉਹ ਚਾਹੇ ਅਨੰਦਪੁਰ ਸਾਹਿਬ ਹੋਵੇ, ਚਾਹੇ ਸ਼੍ਰੀ ਅੰਮ੍ਰਿਤਸਰ ਸਾਹਿਬ ਹੋਵੇ, ਜਿਹੜੇ ਜਿਹੜੇ ਨਗਰ ਵਸਾਏ ਉਹਨਾਂ ਵਿੱਚ ਪਾਤਸ਼ਾਹ ਨੇ ਕਾਰੋਬਾਰ ਕਰਨ ਵਾਲੇ ਸਿੱਖਾਂ ਨੂੰ ਬੁਲਾਇਆ ਵੀ ਕਿਰਤ ਕਰਨੀ ਹੈ। ਗੁਰਬਾਣੀ ਦੀ ਇੱਕ ਪੰਕਤੀ ਹੈ ਕਿ ਗੁਰਸਿੱਖ ਨੇ ਮਾਇਆ ਕਮਾਣੀ ਹੈ, ਪਰ ਉਸ ਮਾਇਆ ਨੂੰ ਉਹਦੀ ਪਕੜ ਕੈਸੀ ਹੋਵੇ। ਗਿੱਲੀ ਗਿੱਲੀ ਰੋਡੜੀ ਭਵੰਦੀ ਭਵ ਭਵ ਆਏ, ਭੁੱਲੇ ਮਾਰਗ ਜਿਨਹਿ ਬਤਾਇਆ। ਭੁੱਲੇ ਹੋਏ ਨੂੰ ਜਿਸ ਵਾਹਿਗੁਰੂ ਨੇ, ਜਿਸ ਗੁਰੂ ਨੇ ਰਸਤਾ ਦਿਖਾ ਦਿੱਤਾ ਕਿ ਤੂੰ ਸੰਸਾਰ ਵਿੱਚ ਚੱਲਣਾ ਕਿਵੇਂ। ਸੰਸਾਰ ਗੁਰੂ ਸਾਨੂੰ ਨਿਰੰਕਾਰੀ ਰਸਤਾ ਵੀ ਦਿਖਾਉਂਦਾ ਤੇ ਸੰਸਾਰ ਵਿੱਚ ਰਹਿਣ ਦੇ ਨਿਯਮ ਵੀ ਦੱਸਦੇ ਹਨ ਕਿ ਸਿੱਖ ਦਾ ਸਮਾਜਿਕ ਜੀਵਨ ਕੈਸਾ ਹੋਣਾ ਚਾਹੀਦਾ ਹੈ, ਸਿੱਖ ਦਾ ਪਰਿਵਾਰਕ ਜੀਵਨ ਕੈਸਾ ਹੋਣਾ ਚਾਹੀਦਾ ਹੈ, ਸਿੱਖ ਦਾ ਰਾਜਨੀਤਿਕ ਜੀਵਨ ਕੈਸਾ ਹੋਣਾ ਚਾਹੀਦਾ। ਹਰ ਚੀਜ਼ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ, ਬਸ਼ਰਤੇ ਪੜ੍ਹਨੀ ਪਏਗੀ। ਤੇ ਜਦ ਤੱਕ ਆਪਾਂ ਸਹਿਜ ਪਾਠ ਆਪ ਕਰਾਂਗੇ, ਆਪ ਖੋਜ ਕਰਾਂਗੇ, ਉਹਦਾ ਆਨੰਦ ਹੀ ਕੁਛ ਹੋਰ ਹੈ। ਕਈ ਵਾਰੀ ਅਸੀਂ ਗੱਲ ਸਟੇਜ ਤੋਂ ਦੱਸਦੇ ਹਾਂ, ਪਰ ਉਹ ਸਾਡੇ ਵਿੱਚ ਇੰਨੀ ਕੁਆਲਿਟੀ ਨਹੀਂ ਕਿ ਅਸੀਂ ਸੰਪੂਰਨ ਤੌਰ ਤੇ ਗੁਰੂ ਦੀ ਗੱਲ ਨੂੰ ਕਨਵੇ ਕਰ ਸਕੀਏ। ਕਿਉਂਕਿ ਗੁਰੂ ਦੀ ਅਵਸਥਾ ਕਿੱਥੇ ਹੈ, ਅਸੀਂ ਆਮ ਸੰਸਾਰੀ ਬੰਦੇ ਕਿੰਨਾ ਕੁ ਗੁਰੂ ਆਸ਼ੇ ਨੂੰ ਸਪਸ਼ਟ ਕਰ ਸਕਦੇ ਹਾਂ। ਦਾਸ ਕੱਲ ਕੇ ਪਰਸੋਂ ਬੇਨਤੀ ਕਰ ਰਿਹਾ ਸੀ ਕਿ ਗੁਰਬਾਣੀ ਦੇ 3 ਅਰਥ ਨੇ। ਇੱਕ ਜਿਹੜੇ ਅੱਖਰਾਂ ਦੇ ਅਰਥ ਨੇ, ਸਾਰੇ ਆਪਾਂ ਪੜ੍ਹ ਲੈਂਦੇ ਹਾਂ, ਟੀਵੀ ਤੇ ਵੀ ਆ ਰਹੇ ਹੁੰਦੇ ਨੇ, ਬੜੇ ਸੌਖੇ ਨੇ, ਅੱਖਰਾਂ ਦੇ ਅਰਥ ਨੇ। ਦੂਸਰਾ ਹੁੰਦਾ ਹੈ ਭਾਵ ਅਰਥ। ਪੂਰਾ ਸ਼ਬਦ ਪੜ੍ਹ ਕੇ ਫਿਰ ਉਹਦੇ ਅੰਦਰੋਂ ਭਾਵ ਦਿਸਦਾ ਵੀ ਇਸ ਪੂਰੇ ਸ਼ਬਦ ਦਾ ਭਾਵ ਅਰਥ ਕੀ ਸੀ, ਪਾਤਸ਼ਾਹ ਕਹਿਣਾ ਕੀ ਚਾਹੁੰਦੇ ਹਨ। ਜਿਸ ਤਰ੍ਹਾਂ ਕੁੱਤੇ ਨੂੰ ਉਦਾਹਰਨ ਹੈ, ਕਿਸੇ ਹੋਰ ਪਸ਼ੂ ਪੰਛੀ ਦੀ ਉਦਾਹਰਨ ਹੈ, ਤੇ ਉਹਦੇ ਵਿੱਚ ਉਹ ਕਿਸੇ ਉਸ ਜਾਨਵਰ ਨੂੰ ਥੋੜ੍ਹੀ ਸਮਝਾਇਆ ਗਿਆ, ਸਮਝਾਇਆ ਤਾਂ ਸਾਨੂੰ ਗਿਆ ਨਾ ਕਿ ਤੂੰ ਆਪਣੇ ਜੀਵਨ ਵਿੱਚ ਕੀ ਕਰ ਸਕਦਾ ਹੈ। ਅੱਖਰੀ ਅਰਥ, ਭਾਵ ਅਰਥ। ਫਿਰ ਤੀਸਰੇ ਹਨ ਜਿਹੜੇ ਪ੍ਰੈਕਟੀਕਲ ਅਰਥ ਹਨ, ਅਨੁਭਵ ਕਰਨਾ, ਸੁੱਤੇ ਪ੍ਰਕਾਸ਼, ਜਿਹੜੇ ਅੰਦਰੋਂ ਹੀ ਆਪ ਜਿਹੜਾ ਉਸ ਅਵਸਥਾ ਵਿੱਚ ਜਾ ਕੇ ਜੀਵਿਆ, ਉਹਦੇ ਅਰਥ। ਇਹ ਮਹਾਂਪੁਰਖਾਂ ਰੱਬ ਦੇ ਪਿਆਰਿਆਂ ਦੀ ਅਵਸਥਾ ਹੈ, ਜਿਨ੍ਹਾਂ ਨੇ ਉਸ ਜੀਵਨ ਨੂੰ ਜੀ ਕੇ ਦੇਖਿਆ ਹੈ। ਗਿੱਲੀ ਗਿੱਲੀ ਰੋਡੜੀ ਭਵੰਦੀ ਭਵ ਭਵ ਆਏ, ਮਾਇਆ ਗੁਰਸਿੱਖ ਨੇ ਕਿਵੇਂ ਵਰਤਣੀ ਹੈ। ਜੇ ਆਪ ਜੀ ਸਾਰੇ ਜਾਣੂ ਕਿ ਛੋਟੀ ਜੀ ਗੁੜ ਦੀ ਰੋੜੀ ਹੋਵੇ ਨਾ, ਤੇ ਉਹ ਗਿੱਲੀ ਹੋ ਜਾਂਦੀ ਹੈ, ਮੌਇਸਚਰ ਆ ਜਾਂਦਾ ਇੰਡੀਆ ਵਿੱਚ ਜਾਂ ਹੋਰ ਕਈ ਥਾਂ ਤੇ ਜਿਹੜੀ ਮੱਖੀ ਹੈ ਨਾ, ਇਹ ਮਾਰੂ ਰਾਗ ਵਿੱਚ ਪਾਵਨ ਬਾਣੀ ਦੀ ਪੰਕਤੀ ਹੈ, ਗਿੱਲੀ ਗਿੱਲੀ ਰੋਡੜੀ ਭਵੰਦੀ ਭਵ ਭਵ ਆਏ। ਮੱਖੀ ਉੱਡਦੀ ਉੱਡਦੀ ਆ ਕੇ ਉਸ ਦੇ ਉੱਤੇ ਬੈਠਦੀ ਹੈ ਤੇ ਉਹ ਉਸ ਦੇ ਵਿੱਚ ਲੇਸ ਪੈਦਾ ਹੋਈ ਜਾਂਦੀ, ਉਹਦੀਆਂ ਪੈਰ ਜਿਹੜੇ ਨੇ ਉਹਦੇ ਵਿੱਚ ਹੀ ਫਸ ਜਾਂਦੇ ਨੇ ਉਸ ਗੁੜ ਦੇ ਵਿੱਚ, ਤੇ ਉਸੇ ਦੇ ਵਿੱਚ ਫਸ ਕੇ ਮਰ ਜਾਂਦੀ ਹੈ। ਗਿੱਲੀ ਗਿੱਲੀ ਰੋਡੜੀ ਭਵੰਦੀ ਭਵ ਭਵ ਆਏ। ਆਪ ਜੀ ਦੇ ਕੋਲ ਮੋਬਾਈਲ ਹਨ, ਆਪਣੇ ਮੋਬਾਈਲ ਵਿੱਚੋਂ ਪੰਕਤੀਆਂ ਕੱਢ ਕੇ ਪੜ੍ਹ ਸਕਦੇ ਹੋ, ਸਾਰਿਆਂ ਦੇ ਕੋਲ ਐਪਲੀਕੇਸ਼ਨਾਂ ਹਨ। ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾ ਹੈ। ਫਿਰ ਦੂਸਰਾ ਉਦਾਹਰਨ ਨਾਲ ਹੈ ਕਿ ਕੀੜੀ ਨੇ ਉਸ ਗੁੜ ਨੂੰ, ਉਸ ਮਾਇਆ ਨੂੰ, ਉਸ ਚੀਜ਼ ਨੂੰ ਜੱਫਾ ਮਾਰਨ ਦੀ ਕੋਸ਼ਿਸ਼ ਕੀਤੀ, ਉਹਦੇ ਵਿੱਚ ਹੀ ਖਤਮ ਹੋ ਗਈ। ਦੂਸਰੇ ਪਾਸੇ ਕੀੜੀ ਆਉਂਦੀ ਹੈ, ਪੈਰ ਨਹੀਂ ਨਾਲ ਲੱਗਣ ਦਿੰਦੀ, ਸਾਰਾ ਗੁੜ ਸਾਰਾ ਕੁਝ ਖਾ ਜਾਏਗੀ, ਕਦੀ ਕੀੜੀ ਗੁੜ ਦੇ ਵਿੱਚ ਦੱਬ ਕੇ ਨਹੀਂ ਮਰਦੀ। ਗੁਰਸਿੱਖ ਨੇ ਮਾਇਆ ਨੂੰ ਵਰਤਣਾ ਹੈ,
ਜੱਫਾ ਨਹੀਂ ਮਾਰਨਾ। ਭੁੱਲੇ ਹੋਏ ਨੂੰ ਸਾਨੂੰ ਗੁਰੂ ਇਹ ਸੇਧ ਦਿੰਦੇ ਹਨ ਕਿ ਤੂੰ ਸੰਸਾਰ ਦੇ ਵਿੱਚ ਰਹਿਣਾ ਤੇ ਕਿਵੇਂ ਰਹਿਣਾ ਹੈ। ਜੇ ਅਰਦਾਸ ਵੀ ਕਰਨੀ ਹੈ ਤੇ ਭਾਵਨਾ ਨਾਲ ਕਰਨੀ ਹੈ। ਆਪਾਂ ਸ਼ਬਦ ਪੜ੍ਹਦੇ ਆ ਨਾ, ਹਾਥੀ ਕੀ ਚਿੰਗਾੜ ਪਲ ਪਾਛੇ ਪਹੁੰਚਤ ਤਾਹੇ, ਚੀਂਟੀ ਕੀ ਪੁਕਾਰ ਪਹਿਲੇ ਹੀ ਸੁਣੀਅਤ ਹੈ। ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ। ਭੁੱਲਿਆਂ ਨੂੰ ਗੁਰੂ ਸਮਝਾ ਰਹੇ ਹਨ, ਸਾਹਿਬ ਸਦਾ ਹਜੂਰ ਹੈ, ਕਿਆ ਉੱਚੀ ਕਰੇ ਪੁਕਾਰ। ਉਹ ਵਾਹਿਗੁਰੂ ਬੋਲਾ ਥੋੜੀ ਹੈ, ਤੂੰ ਬੜੀ ਉੱਚੀ ਉੱਚੀ ਅਰਦਾਸਾਂ ਕਰ ਰਿਹਾ, ਰੌਲਾ ਪਾ ਰਿਹਾ ਜੀ, ਮੈਂ ਲੁੱਟਿਆ ਗਿਆ, ਮੈਂ ਇਹ ਹੋ ਗਿਆ। ਫਿਰ ਕੀੜੀ ਤੇ ਬੋਲ ਹੀ ਨਹੀਂ ਸਕਦੀ ਵਿਚਾਰੀ, ਕੀੜੀ ਦੀ ਕੋਈ ਆਵਾਜ਼ ਸੁਣੀ ਥੋੜੀ ਸੁਣੇਗਾ। ਫਿਰ ਹਾਥੀ ਦੀ ਤੇ ਸੁਣ ਲੈਂਦਾ, ਕੀੜੀ ਦੀ ਤੇ ਕਦੀ ਸੁਣਨੀ ਨਹੀਂ ਸੀ। ਹਾਥੀ ਕੀ ਚਿੰਗਾੜ ਪਲ ਪਾਛੇ ਪਹੁੰਚਤਾ ਹੈ, ਬਾਅਦ ਵਿੱਚ ਪਹੁੰਚੇਗੀ, ਕਿਉਂਕਿ ਭਾਵਨੀ ਭਗਤ ਪਾਏ। ਰੱਬ ਦੇ ਦਰ ਤੇ ਭਾਵਨਾ ਦਾ ਮਿਲਾਪ ਹੈ। ਆਵਾਜ਼ ਜਾਂ ਪੋਲਿਸ਼ ਕੀਤੇ ਹੋਏ ਸ਼ਬਦ ਰੱਬ ਨੂੰ ਮਨਜ਼ੂਰ ਨਹੀਂ ਹਨ। ਕਿਉਂਕਿ ਕਈ ਵਾਰੀ ਅਸੀਂ ਬੜੇ ਬਟਰਿੰਗ ਕਰਕੇ ਪੋਲਿਸ਼ ਲਾ ਕੇ ਸ਼ਬਦ ਵਰਤਦੇ ਹਾਂ। ਮੁਬਾਰਕ ਹੈ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਅਨੁਸਾਰ ਸੰਗਤ ਰੂਪ ਵਿੱਚ ਅਰਦਾਸ ਉਹੀ ਹੈ, ਪਰ ਹਰ ਕਿਸੇ ਦੀ ਇੰਡੀਵਿਜੂਅਲ ਅਰਦਾਸ ਆਪਣੀ ਹੈ। ਉਹ ਕੀ ਕਹਿ ਰਿਹਾ ਅਰਦਾਸ ਵਿੱਚ, ਦੁਖਿਤ ਗਜ਼ਿੰਦ ਅਰਬਿੰਦ ਗਹਿ ਭੇਂਟ ਰੱਖ ਹੈ। ਹਾਥੀ ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗੱਜ ਕੀਨਾ, ਨਾਨਕ ਬਿਰਧ ਰਾਮ ਕਾ ਦੇਖੋ। ਹੁਣ ਹਾਥੀ ਸਾਡੇ ਤਰ੍ਹਾਂ ਪੜ੍ਹਿਆ ਲਿਖਿਆ ਥੋੜੀ ਸੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਆਪ ਜੀ ਸਾਰੇ ਪੜ੍ਹਦੇ ਹੋ। ਪਾਤਸ਼ਾਹ ਭੁੱਲਿਆਂ ਨੂੰ ਮਾਰਗ ਦੱਸ ਰਹੇ ਹਨ। ਕਿਆ ਵੇਖੋ ਹਾਥੀ ਨੇ ਕਿਵੇਂ ਅਰਦਾਸ ਕੀਤੀ, ਭੁੱਲੇ ਮਾਰਗ ਜਿਨ੍ਹੈ ਬਤਾਇਆ। ਅਸੀਂ ਇਹਨਾਂ ਕੋਲੋਂ ਐਗਜ਼ਾਮਪਲ ਲੈ ਕੇ ਆਪਣੇ ਜੀਵਨ ਵਿੱਚ ਸੈੱਟ ਕਰਨਾ ਹੈ ਕਿ ਉਹ ਵਾਹਿਗੁਰੂ ਸਾਡੇ ਸ਼ਬਦਾਂ ਤੇ ਨਹੀਂ ਰੀਝਦਾ, ਭਾਵਨਾ ਤੇ ਰੀਝਦਾ ਹੈ। ਗਿੱਲੀ ਗਿੱਲੀ ਰੋਡੜੀ ਭਵੰਦੀ ਭਵ ਭਵ ਆਏ, ਜੋ ਬੈਠੇ ਸੇ ਫਥਿਆ। ਜਿਹੜਾ ਇੱਥੇ ਕਬਜ਼ਾ ਕਰੇਗਾ ਨਾ ਉਹ ਫਸ ਗਿਆ। ਉਭਰੇ ਭਾਗ ਮੱਥਾ ਹੈ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਨੇ, ਕੀੜੀ ਤਰ੍ਹਾਂ ਸਾਰਾ ਗੁੜ ਖਾ ਜਾਣਗੇ ਪਰ ਕਦੀ ਉਸ ਦੇ ਵਿੱਚ ਖਚਤ ਨਹੀਂ ਹੋਣਗੇ। ਭੁੱਲੇ ਮਾਰਗ ਜਿਨ੍ਹੈ ਬਤਾਇਆ, ਜਿਸ ਨੇ ਭੁੱਲਿਆਂ ਹੋਇਆਂ ਨੂੰ ਸਹੀ ਰਸਤਾ ਵਿਖਾ ਦਿੱਤਾ। ਕਿ ਮੈਂ ਤੇ ਅੱਜ ਤੱਕ ਰੌਂਗ ਹੀ ਕਰਦਾ ਰਿਹਾ, ਕਿਉਂਕਿ ਸੰਸਾਰ ਦਾ ਕੋਈ ਵੀ ਕੰਮ ਕਰਨਾ ਹੈ ਨਾ ਤੇ ਉਸਤਾਦ ਚਾਹੀਦਾ ਹੈ, ਕਿਉਂਕਿ ਬਿਨਾਂ ਉਸਤਾਦ ਤੋਂ ਕੰਮ ਨਹੀਂ ਹੁੰਦਾ। ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਜਿਹੇ ਉਸਤਾਦ ਹਨ, ਇਕੱਲੇ ਟੀਚਰ ਨਹੀਂ ਹਨ, ਇਹ ਮੁਕਤੀ ਦਾਤੇ ਨਾਲ ਹਨ। ਤੇ ਹਰ ਪੈਰ ਪੈਰ ਤੇ ਬਾਕੀ ਤੇ ਜਿੰਨੇ ਉਸਤਾਦ ਨੇ ਉਹ ਸਿਖਾ ਕੇ ਛੱਡ ਦਿੰਦੇ ਨੇ, ਪਰ ਇਹ ਹਰ ਵੇਲੇ ਸਾਡੇ ਨਾਲ ਹਨ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਭੁੱਲੇ ਮਾਰਗ ਜਿਨ੍ਹੈ ਬਤਾਇਆ, ਐਸਾ ਗੁਰ, ਇਹੋ ਜਿਹਾ ਗੁਰੂ ਵੱਡਿਆਂ ਭਾਗਾਂ ਨਾਲ ਮਿਲਦਾ ਹੈ। ਆਪਾਂ ਸਾਰਿਆਂ ਨੂੰ ਇਹ ਮਿਲਿਆ ਹੋਇਆ ਹੈ, ਤੇ ਜੇ ਮਿਲੇ ਹੋਏ ਨੂੰ ਵੀ ਅਸੀਂ ਛੱਡ ਦਈਏ, ਕਿਉਂਕਿ ਜਦੋਂ ਗੁਰਸਿੱਖਾਂ ਦੇ ਘਰ ਜਨਮ ਹੋਇਆ ਨਾ ਸਾਡਾ, ਤੇ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਐਟੋਮੈਟਿਕ ਵਿਰਾਸਤ ਵਿੱਚ ਮਿਲ ਗਏ। ਬਾਕੀਆਂ ਨੂੰ ਤੇ ਲੈਣਾ ਪੈਂਦਾ। ਫਿਰ ਅੱਗੋਂ ਸਾਡੀ ਮਿਹਨਤ ਸੀ, ਅਸੀਂ ਅੰਮ੍ਰਿਤ ਛਕਣਾ ਨਹੀਂ ਛਕਣਾ ਸਾਡੀ ਮਰਜ਼ੀ ਹੈ। ਅਸੀਂ ਆਪਣੇ ਗੁਰੂ ਦੇ ਕਿੰਨੇ ਕੁ ਬਚਨ ਮੰਨਨੇ ਹਨ। ਸਿਮਰ ਮਨਾ RAM ਨਾਮ ਚਿਤਾਰੇ। ਐ ਮੇਰੇ ਮਨ, ਉਸ ਵਾਹਿਗੁਰੂ ਨੂੰ, ਉਸ ਨਿਰੰਕਾਰ ਨੂੰ ਚੇਤੇ ਕਰ, ਜਿਹੜਾ ਸਾਡੇ ਸਭ ਜਗ੍ਹਾ ਤੇ ਹੈ, ਕੇਵਲ ਚੇਤੇ ਵਿੱਚ ਨਹੀਂ ਹੈ। ਸਾਡੇ ਚਿੱਤ ਵਿੱਚੋਂ ਹੀ ਵਿਸਰ ਗਿਆ ਨਾ। ਤੇ ਸਾਨੂੰ ਭੁੱਲਿਆਂ ਹੋਇਆਂ ਨੂੰ ਗੁਰੂ ਮਹਾਰਾਜ, ਜਿੰਨੀਆਂ ਆਪਾਂ ਸਾਖੀਆਂ ਸਰਵਣ ਕਰਦੇ ਹਾਂ, ਸੱਜਣ ਠੱਗ ਨੂੰ ਭੁੱਲ ਹੀ ਗਿਆ ਸੀ ਨਾ, ਤੇ ਗੁਰੂ ਨਾਨਕ ਮਹਾਰਾਜ ਆਪ ਉਹਦੇ ਘਰ ਗਏ ਕਿ ਮਿੱਤਰਾ ਸੱਜਣਾ, ਗਲਤ ਪਾਸੇ ਨਾ ਜਾ, ਭੁੱਲੇ ਮਾਰਗ ਜਿਨ੍ਹੈ ਬਤਾਇਆ। ਵੀ ਆ ਤੇਰਾ ਮਾਰਗ, ਇਹ ਤੇਰਾ ਕੰਮ ਠੀਕ ਨਹੀਂ ਹੈ, ਸਿੱਧੇ ਰਸਤੇ ਤੇ ਚੱਲ।
ਜਿਹੜਾ ਨਿਰੰਕਾਰ ਤੈਨੂੰ ਭੁੱਲ ਗਿਆ ਉਹਨੂੰ ਚੇਤੇ ਕਰ। ਭਾਈ ਲਾਲੋ ਦੇ ਘਰ ਕੀ ਕਰਨ ਗਏ ਸੀ ਕਿ ਸਾਰੀ ਉਮਰ ਤੂੰ ਇਹੀ ਕੰਮ ਕਰਦਾ ਰਹੇਗਾ, ਕਿਤੇ ਮਨ ਨੂੰ ਵੀ ਘੜ ਲੈ। ਸਿਮਰ ਮਨਾ ਰਾਮ ਨਾਮ ਚਿਤਾਰੇ, ਉਸ ਅਕਾਲ ਪੁਰਖ ਨੂੰ ਆਪਣੇ ਹਿਰਦੇ ਆਪਣੇ ਚੇਤੇ ਵਿੱਚ ਲਿਆ, ਜਿਸ ਨੂੰ ਚੇਤੇ ਕਰਨ ਦੀ ਰੋਜ਼ ਪ੍ਰੈਕਟਿਸ ਕਰਦੇ ਹਾਂ ਆਪਾਂ। ਨਿਤਨੇਮ ਕਰਨਾ, ਸੇਵਾ ਕਰਨੀ, ਪਰਉਪਕਾਰ ਕਰਨਾ, ਇਹ ਕੀ ਹੈ ਕਿ ਉਹ ਅਕਾਲ ਪੁਰਖ ਚੇਤੇ ਆ ਜਾਏ। ਬਾਕੀ ਚੀਜ਼ਾਂ ਤੇ ਆਪਾਂ ਐਸਾ ਪ੍ਰੈਕਟਿਸ ਨਹੀਂ ਕਰਦੇ, ਪਰ ਨਿਰੰਕਾਰ ਵਾਹਿਗੁਰੂ ਨੂੰ ਚੇਤੇ ਕਰਨ ਵਾਸਤੇ ਸਾਨੂੰ ਬਹੁਤ ਸਾਰੀ ਪ੍ਰੈਕਟਿਸ ਕਰਨੀ ਪੈਂਦੀ, ਕਿਉਂਕਿ ਭੁੱਲ ਗਿਆ। ਕਈ ਵਾਰੀ ਘਰ ਵਿੱਚ ਚੀਜ਼ ਰੱਖੀ ਹੁੰਦੀ ਹੈ, ਚੇਤੇ ਵਿੱਚ ਨਹੀਂ ਹੁੰਦੀ, ਸਾਰਾ ਘਰ ਛਾਣ ਮਾਰਦੇ ਆ। ਕਈ ਵਾਰੀ ਗੱਡੀ ਦੀ ਚਾਬੀ ਸਾਡੀ ਜੇਬ ਵਿੱਚ ਹੁੰਦੀ ਹੈ, ਸਾਰੇ ਪਾਸੇ ਲੱਭ ਲੁੱਭ ਕੇ ਫਿਰ ਕਹਿੰਦੇ ਉਹ ਚਾਬੀ ਤੇ ਮੇਰੀ ਜੇਬ ਵਿੱਚ ਸੀ। ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਸਾਡੇ ਨਾਲ ਹੀ ਹੈ, ਚੇਤੇ ਵਿੱਚ ਨਾ ਹੋਣ ਕਰਕੇ ਅਸੀਂ ਭਟਕਦੇ ਰਹਿੰਦੇ ਹਾਂ, ਕਦੀ ਕਿਸੇ ਦੇਵੀ ਦੇਵਤੇ ਕੋਲ, ਕਦੀ ਕਿਤੇ ਕਦੀ ਕਿਤੇ ਕਦੀ ਕਿਤੇ, ਕਿ ਸ਼ਾਇਦ ਸਾਨੂੰ ਲੱਭ ਪਏ। ਉਹੀ ਜਿਹੜਾ ਸ਼ਬਦ ਗੁਰੂ ਕੇ ਕੀਰਤਨੀਏ ਹੁਣੇ ਪੜ੍ਹ ਕੇ ਗਏ ਸਨ ਕਿ ਸਾਨੂੰ ਲੱਗਿਆ ਕਿ ਸ਼ਾਇਦ ਮਹਾਰਾਜ ਜੀ ਦੇ ਅੱਗੇ ਫੁੱਲ ਰੱਖਾਂਗੇ ਤੇ ਅਕਾਲ ਪੁਰਖ ਪ੍ਰਸੰਨ ਹੋ ਜਾਏਗਾ, ਚੇਤੇ ਵਿੱਚ ਆ ਜਾਏਗਾ। ਫਿਰ ਨਾਲ ਹੀ ਜਵਾਬ ਦਿੱਤਾ, ਪਹਿਲੇ ਬਾਸ ਲਈ ਹੈ ਭਵਰੇ ਬੀਠਲ ਬਹਿਲਾ ਕਾਏ ਕਰੋ। ਦੁੱਧ ਦੀ ਖੀਰ ਲੈ ਕੇ ਆਏ, ਪਹਿਲੇ ਦੂਧ ਬਟਾਰਿਓ ਬਛਰੇ ਬੀਠਲ ਬਹਿਲਾ। ਝੂਠੀਆਂ ਚੀਜ਼ਾਂ ਕਿਉਂ ਅਰਪਣ ਕਰ ਰਿਹਾ? ਤੇਰਾ ਮਨ ਸੁੱਚਾ ਹੈ, ਆਪਣਾ ਮਨ ਗੁਰੂ ਨੂੰ ਅਰਪਣ ਕਰ। ਤੂੰ ਚੀਜ਼ਾਂ ਰੱਖ ਕੇ ਉਸ ਦੀ ਖੁਸ਼ੀ ਲੈਣਾ ਚਾਹੁੰਦਾ ਹੈ, ਭੁੱਲ ਗਿਆ ਹੈ। ਭੁੱਲੇ ਮਾਰਗ ਜਿਨੇ ਬਤਾਇਆ, ਜੇ ਪੂਜਾ ਕਰਨੀ ਹੈ ਤੇ ਇਹ ਹੈ ਪੂਜਾ ਕੀਚੈ ਨਾਮ ਧਿਆਈਐ, ਵਿਣ ਨਾਵੈ ਪੂਜ ਨਾ ਹੋਏ। ਆਨੀ ਲੈ ਫੂਰ ਪਰੋਈ ਲੈ ਮਾਲਾ, ਠਾकुर ਕੀ ਹੋ ਪੂਜ ਕਰੀ। ਆਨੀ ਲੈ ਦੂਧ ਰਿਧਾਈ ਲੈ ਖੀਰੰਗ। ਅਨੇਕਾਂ ਤਰ੍ਹਾਂ ਦੇ ਇਹ ਕਰਮਕਾਂਡ ਕਰਕੇ ਅਕਾਲ ਪੁਰਖ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਪਾਤਸ਼ਾਹ ਕਹਿ ਰਹੇ ਨੇ ਭੁੱਲ ਗਿਆ ਤੂੰ ਭੁੱਲੇ ਮਾਰਗ। ਭੁੱਲੇ ਹੋਏ ਨੂੰ ਮਾਰਗ ਦੱਸ ਦਿੱਤਾ ਕਿ ਅਸਲ ਪੂਜਾ ਕਿਹੜੀ ਹੈ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਹੋਰ ਕੀ ਪੂਜਾ ਕਰਾਂਗੇ। ਸਿਮਰ ਮਨਾ ਰਾਮ ਨਾਮ ਚਿਤਾਰੇ, ਐ ਮੇਰੇ ਮਨ ਉਸ ਅਕਾਲ ਪੁਰਖ ਨੂੰ ਆਪਣੇ ਚੇਤੇ ਵਿੱਚ ਵਸਾ। ਬਸ ਰਹਿ ਹਿਰਦੈ ਗੁਰ ਚਰਨ ਪਿਆਰੇ। ਉਸ ਵਾਹਿਗੁਰੂ ਦੇ ਚਰਨ ਸ਼ੁਭ ਗੁਣ ਸਾਡੇ ਹਿਰਦੇ ਵਿੱਚ ਵਸ ਜਾਣ। ਤੇ ਗੁਰੂ ਦੇ ਸਾਰੇ ਸ਼ੁਭ ਗੁਣ ਹਨ। ਜਦੋਂ ਚਰਨਾਂ ਦੀ ਆਪਾਂ ਗੱਲ ਕਰਦੇ ਆ ਨਾ, ਸਾਰੀ ਬਾਣੀ ਵਿੱਚ ਮਾਈ ਚਰਨ ਗੁਰ ਮਿੱਠੇ। ਹੁਣ ਜੇ ਪੈਰਾਂ ਦੀ ਆਪਾਂ ਗੱਲ ਕਰੀਏ, ਚਰਨ ਕੀ ਹਨ? ਹਿਰਦੈ ਚਰਨ ਕਮਲ ਸਤਿਗੁਰ ਕੇ ਨਾਨਕ ਬਾਂਧਿਓ ਪਾਲ। ਚਰਨੈ ਗੋਬਿੰਦ, ਬੜੇ ਚਰਨਾਂ ਦੇ ਸ਼ਬਦ ਹਨ, ਅਨੇਕਾਂ ਸ਼ਬਦ ਹਨ। ਤੇ ਉਸ ਚਰਨ ਚੱਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਗੁਰੂ ਦੇ ਚਰਨਾਂ ਤੇ, ਗੁਰੂ ਦੇ ਚਰਨਾਂ ਤੇ ਚੱਲਣ ਦਾ ਭਾਵ ਹੈ ਕਿ ਉਸ ਰਸਤੇ ਤੇ ਚੱਲਣਾ। ਇੱਕ ਵਾਰੀ ਸੂਰਜ ਪ੍ਰਕਾਸ਼ ਦੇ ਵਿੱਚ ਸਾਖੀ ਆਪ ਜੀ ਨੇ ਸ਼ਾਇਦ ਜ਼ਰੂਰ ਸਰਵਣ ਕੀਤੀ ਹੋਵੇ ਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਇਹ ਸੌਦਾ ਕਰਕੇ ਆਏ ਤੇ ਚੰਦਰਕੂਪ ਦੇ ਚੰਦਰਪਾਣ ਦੇ ਖੂਹ ਤੇ ਬਹਿ ਗਏ। ਬੜੀ ਕੋਸ਼ਿਸ਼ ਕੀਤੀ, ਮਰਦਾਨੇ ਨੂੰ ਪੁੱਛਿਆ, ਸਭ ਨੂੰ ਪੁੱਛਿਆ ਕਿ ਕਿੱਥੇ ਹਨ, ਨਹੀਂ ਸੀ ਮਿਲ ਰਹੇ। ਬੈਠ ਰਹੇ ਬੇਦੀ ਕੁਲਦੀਪਾ, ਚੰਦਰਪਾਣ ਕੇ ਕੂਪ ਸਮੀਪਾ। ਭਾਈ ਬਾਬਾ ਮਰਦਾਨਾ ਜੀ ਉਹਨਾਂ ਕੋਲ ਜਾਂਦੇ ਸੀ। ਫਿਰ ਘਰ ਵਾਲਿਆਂ ਨੇ ਕਿਹਾ ਕਿ ਚਲੋ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਨੂੰ ਲੱਭਣਾ ਛੱਡ ਦਿਓ, ਮਰਦਾਨੇ ਨੂੰ ਵੇਖੋ ਕਿੱਥੇ ਜਾਂਦਾ ਹੈ। ਇਹਦਾ ਜਿੱਥੇ ਜਿੱਥੇ ਜਾਏਗਾ ਨਾ, ਇਹਦੀ ਪੈੜ ਕਰੋ, ਇਹਦੇ ਚਰਨਾਂ ਤੇ ਚੱਲ ਕੇ ਅਸੀਂ ਗੁਰੂ ਨਾਨਕ ਤੱਕ ਪਹੁੰਚ ਸਕਾਂਗੇ। ਫਿਰ ਜਦੋਂ ਚੋਰੀ ਛੁਪੇ ਬਾਬਾ ਮਰਦਾਨਾ ਜੀ ਗਏ ਤੇ ਉਹਨਾਂ ਦੇ ਪਿੱਛੇ ਪਿੱਛੇ ਜਦੋਂ ਘਰ ਵਾਲੇ ਗਏ ਤੇ ਫਿਰ ਪਾਤਸ਼ਾਹ ਦੇ ਪਾਸ ਤੱਕ ਪਹੁੰਚ ਗਏ। ਅਸੀਂ ਵੀ ਜਦੋਂ, ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਨਿਰੰਕਾਰ ਤੱਕ ਲੈ ਕੇ ਜਾਂਦੀ ਹੈ, ਤੇ ਜਦੋਂ ਇਹਨਾਂ ਦੇ ਚਰਨਾਂ ਦੇ ਅਸੀਂ ਟੁਰ ਕੇ ਜਾਵਾਂਗੇ ਨਾ,
ਜੇ ਜੰਗਲ ਵਿੱਚ ਆਪਾਂ ਕਿਤੇ ਚਲੇ ਜਾਈਏ ਨਾ ਤੇ ਛੋਟਾ ਮੋਟਾ ਕਿਧਰੇ ਪਿਆ ਹੁੰਦਾ ਹੈ, ਪੈਖੜ ਪਈ ਹੁੰਦੀ ਹੈ, ਪਿੰਡਾਂ ਵਾਲੇ ਸਮਝਦੇ ਨੇ, ਤੇ ਉਸ ਮਾਰਗ ਤੇ ਜੇ ਚੱਲ ਪਈਏ ਤੇ ਫਿਰ ਤੇ ਜੰਗਲ ਵਿੱਚੋਂ ਬਾਹਰ ਨਿਕਲ ਜਾਈਦਾ। ਤੇ ਜੇ ਆਪਣਾ ਨਵਾਂ ਮਾਰਗ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਕਈ ਵਾਰੀ ਜੰਗਲ ਦੇ ਵਿੱਚ ਸਾਰੀ ਉਮਰ ਖੁੰਝੇ ਰਹੀਦਾ, ਰਾਹ ਹੀ ਨਹੀਂ ਲੱਭਦਾ। ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਹਿਰਦੇ ਦੇ ਵਿੱਚ ਅਕਾਲ ਪੁਰਖ ਦੀ ਉਹ ਵਿਚਾਰਧਾਰਾ ਜਦੋਂ ਵਸ ਗਈ ਕਿ ਕਿਵੇਂ ਨਿਰੰਕਾਰ ਨੂੰ ਮਿਲਣਾ ਹੈ, ਵਿਚਾਰਧਾਰਾ ਸਾਰੇ ਗੁਰੂ ਗ੍ਰੰਥ ਸਾਹਿਬ ਦੇ 1430 ਪੰਨੇ ਗੁਰੂ ਕੇ ਚਰਨ ਕਮਲੀ ਹਨ। ਹਿਰਦੈ ਚਰਨ, ਅਸੀਂ ਗੁਰੂ ਦੇ ਆਸ਼ੇ ਨੂੰ ਸਮਝਣਾ, ਗੁਰੂ ਦੇ ਚਰਨਾਂ ਤੇ ਚਰਨਾ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾ ਨਾਨਕ ਉਜਲ ਮੱਥਾ। ਅਗਲੀ ਪਾਵਨ ਪੰਕਤੀ ਇਹ ਰਹਾਵ ਦਾ ਬੰਦ ਹੈ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ। ਕਿਉਂ ਅਸੀਂ ਭੁੱਲ ਗਏ? ਕਾਰਨ ਕੀ ਹੈ? ਪਾਤਸ਼ਾਹ ਜੀ ਕਾਰਨ ਵੀ ਦੱਸਦੇ ਗਏ ਹਨ ਕਿ ਕਿਉਂ ਜੀਵ ਭੁੱਲ ਗਿਆ। ਕਾਮ ਹੀ ਨਹੀਂ ਛੱਡਦਾ। ਸੰਸਕ੍ਰਿਤੀ ਸ਼ਲੋਕਾਂ ਵਿੱਚ ਆਪਾਂ ਪੜ੍ਹਦੇ ਹਾਂ ਨਾ, ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਭਰਮਾਵਣਾ। ਸਾਨੂੰ ਵਿਕਾਰ ਨਹੀਂ ਛੱਡਦੇ। ਸਰਵਰ ਪੰਖੀ ਹੇਕੜੋ ਫਾਹੀ ਵਾਲ 50। ਤੇ ਗੁਰੂ ਫਿਰ ਆਪ ਹੀ ਅੱਗੇ ਭੁੱਲੇ ਹੋਏ ਨੂੰ ਮਾਰਗ ਵੀ ਦੱਸਦੇ ਹਨ। ਕਾਮ ਗਹਿ ਕੇਸ ਪਛਾੜਿਓ। ਕਾਮ ਨੂੰ ਕੇਸਾਂ ਤੋਂ ਫੜ ਕੇ ਪਟਕ ਕੇ ਜ਼ਮੀਨ ਤੇ ਮਾਰਿਆ ਗੁਰਸਿੱਖ ਨੇ। ਭਾਈ ਜੋਗਾ ਸਿੰਘ ਦੀ ਸਾਖੀ ਆਪਾਂ ਸਰਵਣ ਕਰਦੇ ਹਾਂ। ਗੁਰੂ ਸਾਹਿਬ ਨੇ ਕਾਮ ਤੇ ਕੰਟਰੋਲ ਕਰਨ ਵਾਸਤੇ ਸਾਨੂੰ ਕੀ ਹਦਾਇਤਾਂ ਦਿੱਤੀਆਂ ਹਨ? ਭੁੱਲੇ ਮਾਰਗ ਜਿਹਨੇ ਬਤਾਇਆ, ਭੁੱਲਿਆਂ ਨੂੰ ਮਾਰਗ ਦੱਸਿਆ ਨਾ ਕਿ ਨਿਜ ਨਾਰੀ ਕੇ ਸੰਗ ਨੇਹ ਤੁਮ ਨਿਤ ਬਢਈਓ, ਪਰ ਨਾਰੀ ਕੀ ਸੇਲ ਭੂਲ ਸੁਪਨੇ ਹੋ ਨਾ ਜਈਓ। ਹੇ ਕਾਮੰ ਨਰਕ ਬਿਸਰਾਮੰ। ਹੇ ਕਾਮ, ਤੂੰ ਤੇ ਸਾਰਿਆਂ ਦਾ ਨਰਕ ਵਿੱਚ ਵਾਸਾ ਕਰ ਦਿੰਦਾ। ਨਿਮਕ ਕਾਮ ਸਵਾਦ ਕਾਰਨ, ਕੋਟ ਦਿਨ ਦੁੱਖ ਪਾਵੈ। ਘਰੀ ਮੋਹਤ ਰੰਗ ਮਾਣੈ, ਬਹੁਰ ਬਹੁਰ ਪਛਤਾਵੈ। ਫਿਰ ਪਛਤਾਉਂਦਾ ਹੈ। ਭੁੱਲਣ ਦਾ ਕਾਰਨ ਕੀ ਹੈ? ਪਾਤਸ਼ਾਹ ਦੱਸ ਰਿਹਾ ਨਾ ਕਿ ਇੱਕ ਕਾਮ ਹੈ, ਦੂਸਰਾ ਕ੍ਰੋਧ, ਗੁੱਸਾ। ਕਾਮ ਨੂੰ ਗ੍ਰਿਸ਼ਟ ਵਿੱਚ ਤਬਦੀਲ ਕਰ ਦਿੱਤਾ ਸੀ ਪਾਤਸ਼ਾਹ ਨੇ, ਕ੍ਰੋਧ ਨੂੰ ਵੀਰ ਰਸ ਵਿੱਚ ਕਨਵਰਟ ਕਰਤਾ। ਬੜਾ ਸੌਖਾ ਕੰਮ ਹੈ, ਬਹੁਤ ਹੀ ਈਜੀ ਹੈ। ਜਿਹੜੇ ਜਤੀ ਸਤੀ ਸਨ, ਕਿੰਨੇ ਆਪ ਜੀ ਸਾਖੀਆਂ, ਇਤਿਹਾਸ, ਫਿਲਮਾਂ ਆਦਿਕ ਵੇਖਦੇ ਹੋ, ਕ੍ਰੋਧ ਨੂੰ ਵੀਰ ਰਸ ਵਿੱਚ ਕਨਵਰਟ ਕਰ ਦੇਣਾ ਹੈ। ਹੇ ਕ੍ਰੋਧਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਲਤੇ। ਪਤਾ ਨਹੀਂ ਕਿੰਨਾ ਕੁ ਕ੍ਰੋਧ ਦੇ ਵਸ, ਇੱਕ ਖਿੰਨ ਮਾਤਰ ਦਾ ਕ੍ਰੋਧ ਇਹਨੂੰ ਕਿੰਨਾ ਚਿਰ ਪ੍ਰਿਜ਼ਨਮੈਂਟ 'ਚ, ਜੇਲ੍ਹਾਂ 'ਚ ਪਾ ਦਿੰਦਾ। ਕ੍ਰੋਧ ਕਰਕੇ ਇੱਕ ਦੂਸਰੇ ਭਰਾ ਭਰਾ ਨਾਲ ਨਹੀਂ ਬੋਲਦਾ, ਭੈਣ ਭੈਣ ਨਾਲ ਨਹੀਂ ਬੋਲਦੀ, ਕ੍ਰੋਧ ਕਰਕੇ ਮਾਪਿਓ ਨਾਲ ਨਹੀਂ ਬੋਲਦਾ। ਤੇ ਗੁਰੂ ਮਹਾਰਾਜ ਇਸ ਨੂੰ ਕ੍ਰੋਧ ਦੇ ਉੱਤੇ ਕੰਟਰੋਲ ਕਰਨ ਦੀ ਜੁਗਤ ਦੱਸਦੇ ਨੇ। ਭੁੱਲੇ ਮਾਰਗ ਜਿਹਨੇ ਬਤਾਇਆ ਸੀ, ਗਲਤ ਰਸਤੇ ਤੇ ਜਾ ਰਹੇ ਸੀ। ਗੁਰੂ ਨੇ ਕਿਹਾ ਨਹੀਂ, ਤੂੰ ਕ੍ਰੋਧ ਨਹੀਂ ਕਰਨਾ ਜੀਵਨ ਵਿੱਚ। ਮਹਾਂਪੁਰਸ਼ ਦੱਸਦੇ ਹਨ ਕਿ ਜੇ ਬੜਾ ਜ਼ਿਆਦਾ ਗੁੱਸਾ ਆਵੇ ਨਾ, ਸਾਰੇ ਪੁਆੜੇ ਕਿਤੇ ਨੇ ਗੁੱਸੇ ਦੇ ਹੀ ਨੇ ਨਾ। ਪਰਿਵਾਰਾਂ ਦੇ ਪਰਿਵਾਰ ਟੁੱਟ ਜਾਂਦੇ ਨੇ, ਡਿਵੋਰਸ ਹੋ ਜਾ, ਪਤਾ ਨਹੀਂ ਕੀ ਕੁਛ ਹੋ ਜਾਂਦਾ ਹੈ। ਕਿਸ ਕਰਕੇ? ਗੁੱਸੇ ਕਰਕੇ। ਤੇ ਕਹਿੰਦੇ ਜਦੋਂ ਗੁੱਸਾ ਆਵੇ ਨਾ ਤੇ ਮੂਲ ਮੰਤਰ ਦਾ ਪਾਠ ਕਰ ਲਓ। 1-2-4 ਸਕਿੰਟ ਜਾਂ ਵੱਧ ਤੋਂ ਵੱਧ ਮਿੰਟ ਆਦਿਕ ਦੀ ਗੱਲ ਹੁੰਦੀ ਹੈ। ਜੇ ਉਹ ਮਿੰਟ ਇੱਕ ਬਾਣੀ ਪੜ੍ਹੀ ਹੋਈ ਕੰਟਰੋਲ ਹੋ ਗਿਆ ਤੇ ਫਿਰ ਕਦੀ ਸਾਰਾ ਜੀਵਨ ਸੁਖੇਲਾ ਹੈ। ਤੇ ਜੇ ਉਸ ਮਿੰਟ ਤੇ ਕੰਟਰੋਲ ਨਾ ਹੋਇਆ ਤੇ ਫਿਰ ਕੀ ਹੁੰਦਾ? ਦਾਸ ਕੱਲ ਹੀ ਭਾਈ ਸਾਹਿਬ ਜੀ ਦੇ ਕੋਲ ਬੈਠੇ ਸੀ ਤੇ ਉੱਥੇ ਗੱਲ ਚੱਲੀ ਕਿ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਤੇ ਦੂਸਰਾ ਬੰਦਾ ਲੰਘ ਗਿਆ, ਤੇ ਜਿਹੜਾ ਲੰਘ ਕੇ ਗਿਆ ਨਾ ਉਹਨੇ ਥੈਂਕ ਯੂ ਨਹੀਂ ਕੀਤਾ। ਤੇ ਉਹ ਕਹਿੰਦਾ ਤੂੰ, ਮੈਂ ਦਰਵਾਜ਼ਾ ਖੋਲ੍ਹਿਆ ਤੇਰੇ ਵਾਸਤੇ, ਤੂੰ ਥੈਂਕ ਯੂ ਨਹੀਂ ਕੀਤਾ। ਆਰਗੂ ਹੋਈ, ਗੋਲੀ ਮਾਰ ਦਿੱਤੀ। ਕੀ ਹੈ? ਸਾਰੀ ਉਮਰ ਜੇਲ੍ਹ 'ਚ ਰਹੇਗਾ। 1 ਸਕਿੰਟ ਦੀ ਬਾਤ ਹੈ ਨਾ। ਹੇ ਕਾਮ ਕ੍ਰੋਧ ਲੋਭ, ਲੋਭ ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਰ ਤੇ। ਲੋਭੀ ਕਾ ਵਿਸਾਹ ਨਾ ਕੀਜੈ,
ਅਸੀਂ ਭੁੱਲੇ ਹੋਏ ਹਾਂ, ਲੋਭ ਦੇ ਵਸ ਪਏ ਹੋਏ ਹਾਂ। ਤੇ ਭੁੱਲੇ ਮਾਰਗ ਜੀ ਨੇ ਸਾਨੂੰ, ਪਾਤਸ਼ਾਹ ਨੇ ਦੱਸਿਆ ਕਿ ਤੂੰ ਲੋਭ ਨਹੀਂ ਕਰਨਾ, ਤੈਨੂੰ ਤੇਰੇ ਨਿਰਵਾਹ ਵਾਸਤੇ ਅਕਾਲ ਪੁਰਖ ਦੇਗਾ। ਕਾਮ, ਕ੍ਰੋਧ, ਲੋਭ, ਮੋਹ, ਇੱਥੇ ਜਿਹੜਾ ਸ਼ਬਦ ਹੈ ਮੋਹ, ਜਿਹਨੂੰ ਅਸੀਂ ਮੋਹੇ ਕਰ ਦਿਆਂਗੇ ਤੇ ਮੈਂ ਆਪਣੇ ਵਾਸਤੇ ਮੋਹ ਕਰਾਂਗੇ ਤੇ ਲੋਭ। ਮੂਲ ਮੋਹ ਕਰ ਕਰਤੇ ਜਗਤ ਉਪਾਇਆ, ਮੋਹ ਮਲ ਵਿਵਸ ਕੀਓ। ਜਿਹੜਾ ਮੋਹ ਸੀ ਨਾ, ਇਹਨੂੰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਕਿ ਇਹਨੂੰ ਬੇਵਸ ਕਰ ਦਿੱਤਾ ਕਿ ਗੁਰਸਿੱਖ ਦੇ ਲਾਗੇ ਮੋਹ ਨੇ ਆਉਣਾ ਹੀ ਨਹੀਂ। ਇਹਨਾਂ ਦੇ ਵਿੱਚ ਹੀ ਸਾਡਾ ਮਨ ਫਸਿਆ ਹੋਇਆ ਹੈ। ਕਾਮ, ਕ੍ਰੋਧ, ਲੋਭ, ਮੋਹ, ਮਨ ਲੀਨਾ, ਇਹ ਮਨ ਇਹਨਾਂ ਵਿੱਚ ਹੀ ਫਸਿਆ ਹੋਇਆ ਹੈ। ਇਹ ਭੁੱਲੇ ਹੋਏ ਜੀਵ ਇਹਨਾਂ ਵਿੱਚੋਂ ਨਿਕਲ ਕੇ ਅਕਾਲ ਪੁਰਖ ਨੂੰ ਚੇਤੇ ਕਰ, ਬੰਦਗੀ ਕਰ, ਗੁਰੂ ਦੇ ਦੱਸੇ ਰਸਤੇ ਤੇ ਚੱਲ। ਕਾਮ ਨੇ ਵੀ ਫਸਾ ਦੇਣਾ, ਕ੍ਰੋਧ ਨੇ ਵੀ ਫਸਾ ਦੇਣਾ, ਲੋਭ ਵੀ ਤੈਨੂੰ ਖੁਆਰ ਕਰੇਗਾ। ਮੋਹ ਵਿੱਚ ਵੀ ਨਾ ਫਸੀ। ਮੋਹ ਦੇ ਵਿੱਚ ਫਸ ਕੇ ਹੀ ਅਸੀਂ ਦੂਸਰਿਆਂ ਦਾ ਹੱਕ ਮਾਰ ਕੇ, ਆਪਣੇ ਬੱਚਿਆਂ ਦੇ, ਪਰਿਵਾਰ ਦੇ ਮੋਹ ਵਿੱਚ ਫਸੇ ਹੀ ਅਸੀਂ ਦੂਸਰਿਆਂ ਨਾਲ ਨਜਾਇਜ਼ ਕਰਦੇ ਆ ਨਾ। ਕਿਸੇ ਦਾ ਹੱਕ ਮਾਰ ਕੇ ਆਪਣੇ ਬੱਚਿਆਂ ਨੂੰ ਦਿੰਦੇ ਆ ਜਾਂ ਆਪਣੇ ਪਰਿਵਾਰ ਵਾਸਤੇ ਲੈਂਦੇ ਆ। ਜੇ ਮੋਹ ਨਾ ਹੋਵੇ ਤੇ ਫਿਰ ਐਸਾ ਤੇ ਨਹੀਂ ਨਾ ਕਰ ਸਕਦੇ। ਬੰਧਨ ਕਾਟ ਮੁਕਤ ਗੁਰ ਕੀਨਾ, ਗੁਰੂ ਨੇ ਸਾਰੇ ਬੰਧਨ ਕੱਟ ਕੇ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਸਾਰੇ ਬੰਧਨ ਕੱਟ ਦਿੱਤੇ। ਅੰਮ੍ਰਿਤ ਦੀ ਦਾਤ ਦਿੱਤੀ, ਕਹਿੰਦੇ ਤੇਰੇ ਅੱਜ ਤੋਂ ਸਾਰੇ ਬੰਧਨ ਕੱਟੇ ਗਏ। ਬੰਧਨ ਕਾਟ ਮੁਕਤ ਗੁਰ ਕੀਨਾ, ਗੁਰੂ ਨੇ ਬੰਧਨ ਕੱਟ ਦਿੱਤੇ। ਵਿਕਾਰਾਂ ਦੇ ਬੰਧਨ, ਸੰਸਾਰ ਦੇ ਬੰਧਨ, ਪਰਿਵਾਰ ਦੇ ਬੰਧਨ, ਸਰੀਰ ਦੇ ਬੰਧਨ, ਕੋਈ ਬੰਧਨ ਛੱਡਿਆ ਹੀ ਨਹੀਂ। ਦੁੱਖ ਸੁੱਖ ਕਰਤ ਜਨਮ ਮੁਨ ਫੁਨ ਮੂਆ, ਕਦੀ ਦੁੱਖ ਮਿਲਦਾ ਤੇ ਪਰੇਸ਼ਾਨ ਹੋ ਜਾਂਦਾ, ਸੁੱਖ ਮਿਲਦਾ ਤੇ ਖੁਸ਼ ਹੋ ਜਾਂਦਾ। ਦੁੱਖ ਸੁੱਖ ਕਰਤ, ਦੁੱਖਾਂ ਕਰਕੇ ਸੁੱਖਾਂ ਕਰਕੇ ਜੰਮਦਾ ਫਿਰ ਮਰਦਾ, ਫਿਰ ਜੰਮਦਾ ਫਿਰ ਮਰਦਾ। ਚਰਨ ਕਮਲ ਗੁਰ ਆਸ਼ਰਮ ਦੀਆ, ਗੁਰੂ ਨੇ ਆਪਣੇ ਸੋਹਣੀ ਵਿਚਾਰਧਾਰਾ ਦੀ ਇਹਨੂੰ ਟੇਕ, ਇਹਨੂੰ ਸਹਾਰਾ ਦੇ ਦਿੱਤਾ। ਜਦੋਂ ਦੁੱਖ ਆਉਂਦਾ ਨਾ ਤੇ ਫਿਰ ਅਸੀਂ ਸ਼ਬਦ ਪੜ੍ਹ ਲਈਏ, ਫਿਰ ਉਹ ਦੁੱਖ ਤੋਂ ਖਲਾਸੀ ਹੋ ਜਾਂਦੀ ਹੈ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਦੁੱਖ ਗਿਆ ਸਭ ਰੋਗ ਗਿਆ, ਪ੍ਰਭ ਕੀ ਆਗਿਆ ਮਨ ਮਹਿਮਾਨੀ, ਮਹਾਪੁਰਖ ਕਾ ਸੰਗ ਵਹਿਆ। ਕੋਈ ਦੁੱਖ ਤੇ ਲਾਗੇ ਹੀ ਨਹੀਂ ਆਏਗੀ। ਦੁੱਖ ਸੁੱਖ ਕਰਤ ਜਨਮ ਫੁਨ ਮੂਆ, ਦੁੱਖਾਂ ਕਰਕੇ ਸੁੱਖ ਆ ਜਾਂਦਾ ਤੇ ਫਿਰ ਇਹ ਫੁੱਲਿਆ ਨਹੀਂ ਸਮਾਉਂਦਾ। ਚਰਨ ਕਮਲ ਗੁਰ ਆਸ਼ਰਮ ਦੀਆ, ਗੁਰੂ ਨੇ ਆਪਣੀ ਸੋਹਣੀ ਵਿਚਾਰਧਾਰਾ ਦਾ ਸਹਾਰਾ ਦੇ ਦਿੱਤਾ। ਅਗਨ ਸਾਗਰ ਬੂਢਤ ਸੰਸਾਰਾ, ਫਿਰ ਇੱਥੇ ਤ੍ਰਿਸ਼ਨਾ ਦੀ ਗੱਲ ਆ ਗਈ ਹੈ। ਤ੍ਰਿਸ਼ਨਾ ਦੀ ਅੱਗ ਵਿੱਚ ਸਮੁੱਚਾ ਸੰਸਾਰ ਸੜ ਰਿਹਾ ਹੈ। ਈਰਖਾ ਦੀ ਅੱਗ ਵਿੱਚ ਪਤਾ ਨਹੀਂ ਕਿੰਨੀਆਂ ਅੱਗਾਂ ਹਨ। ਤੇ ਇੱਥੇ ਪਾਤਸ਼ਾਹ ਨੇ ਸਪਸ਼ਟ ਕੀਤਾ ਹੈ ਜੀ, ਅਗਨ ਸਾਗਰ, ਇਹ ਸੰਸਾਰ ਜਿਹੜਾ ਹੈ ਨਾ, ਇੱਥੇ ਪਤਾ ਨਹੀਂ ਕਿੰਨੇ ਕੁ ਵਿਕਾਰ ਹਨ। ਇਹਦੇ ਤੇ ਅੱਗ ਦਾ ਘਰ ਹੈ। ਅਗਨ ਸਾਗਰ ਬੂਢਤ ਸੰਸਾਰਾ, ਸਾਰਾ ਸੰਸਾਰ ਇਸ ਵਿੱਚ ਡੁੱਬ ਰਿਹਾ ਹੈ। ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਅਸੀਂ ਅਰਦਾਸ ਕਰਨੀ ਹੈ ਕਿ ਪਾਤਸ਼ਾਹ ਕਿਰਪਾ ਕਰ, ਸਾਡੀ ਬਾਂਹ ਫੜ ਕੇ ਸਾਡਾ ਪਾਰ ਉਤਾਰਾ ਕਰ ਦਿਓ। ਕਈ ਵਾਰੀ ਆਪਾਂ ਮੇਲੇ ਆਦਿਕ ਵਿੱਚ ਜਾਂਦੇ ਆ ਨਾ, ਤੇ ਬੱਚੇ ਨੂੰ ਕਹਿੰਦੇ ਤੇਰੀ ਉਂਗਲ ਫੜ ਲੈ, ਤੇ ਇੱਥੇ ਪਾਤਸ਼ਾਹ ਕਹਿੰਦੇ ਨੇ ਬਾਂਹ, ਜਦੋਂ ਗੁਰੂ ਬਾਂਹ ਫੜ ਲੈਂਦਾ ਨਾ, ਜੇ ਬੱਚਾ ਆਪਣੇ ਬਾਪ ਦੀ ਉਂਗਲ ਫੜੇਗਾ ਨਾ ਤੇ ਮੈਂ ਵੀ ਸਲਿੱਪ ਹੋ ਸਕਦਾ ਹੈ, ਸਲਿੱਪ ਕਰ ਜਾਏ। ਪਰ ਜਦੋਂ ਬਾਪ ਬਾਂਹ ਫੜ ਲਏਗਾ ਬੱਚੇ ਦੀ ਤੇ ਕਦੀ ਵੀ ਨਹੀਂ, ਕਿਉਂਕਿ ਪਿਓ ਵਿੱਚ ਤਾਕਤ ਜ਼ਿਆਦਾ ਹੈ। ਜਦੋਂ ਗੁਰੂ ਸਾਡੀ ਬਾਂਹ ਫੜ ਲੈਂਦਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੰਡਤਾਂ ਦੀ ਬਾਂਹ ਫੜ ਲਈ ਤੇ ਫਿਰ ਬਚਨ ਆਪ ਜੀ ਪੜ੍ਹਦੇ ਹੋ ਨਾ, ਬਾਂਹ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾਂਹ ਨਾ ਛੋੜੀਐ। ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ, ਗੁਰੂ ਆਪ ਬਾਂਹ ਫੜ ਕੇ ਆਪਣੇ ਸਿੱਖ ਨੂੰ ਵਿਕਾਰਾਂ ਤੋਂ ਕੱਢ ਲੈਂਦਾ, ਬਸ਼ਰਤੇ ਸਿੱਖ ਐਕਸੈਪਟ ਕਰ ਲੈ, ਸਰੈਂਡਰ ਕਰ ਲੈ ਕਿ ਮੈਂ ਭੁੱਲਿਆ ਹੋਇਆ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵੱਡਿਆਂ ਭਾਗਾਂ ਵਾਲਿਆਂ ਨੇ ਐਸੇ ਗੁਰੂ ਨੂੰ ਪਾ ਲਿਆ ਹੈ। ਸੋ ਵਾਹਿਗੁਰੂ ਕਿਰਪਾ ਕਰੇ, ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ। ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੱਖ ਦਰਸ਼ਨ ਦਿੰਦੇ ਹਨ, ਰੋਜ਼ ਉਪਦੇਸ਼ ਬਖਸ਼ਿਸ਼ ਕਰਦੇ ਹਨ। ਉਹਨਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਅਸੀਂ ਆਪਣਾ ਜਨਮ ਅਤੇ ਮਰਨ ਸਵਾਰ ਸਕਦੇ ਹਾਂ, ਆਪਣਾ
ਜੀਵਨ ਸੁਧਾਰ ਸਕਦੇ ਹਾਂ। ਅਨੇਕਾਂ ਗਲਤੀਆਂ ਭੁੱਲਾਂ ਦੀ ਖਿਮਾ। ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ